the topic that is input devices। जो ਤੁਹਾਡਾ topic है input devices है। input devices 'ਚ ਜਿਹੜਾ ਆਪਾਂ first device ਕਰ ਰਹੇ ਹਾਂ that is keyboard। ਠੀਕ ਹੈ, ਜੋ keyboard ਹੈ ਇੱਕ ਬੇਸਿਕ ਇਨਪੁਟ ਡਿਵਾਈਸ ਹੈਗਾ, ਜਿਸ ਤਰ੍ਹਾਂ ਕਿ ਕੀਬੋਰਡ ਔਰ ਮਾਊਸ ਜੋ ਬੇਸਿਕ ਇੱਕ ਕੰਪਿਊਟਰ ਦੀ ਇੱਕ ਨੈਸੈਸਿਟੀ ਹੈਗੀ ਹੈ, ਦੋਨੋਂ ਇਨਪੁਟ ਡਿਵਾਈਸਿਸ ਜਿਹੜੇ ਹੈਗੇ ਆ। ਸੋ ਜਿਹੜਾ ਇਨਪੁਟ ਡਿਵਾਈਸ ਜਿਹੜਾ ਆ ਕੀਬੋਰਡ ਹੈ, ਬੇਸਿਕਲੀ ਕਿਸ ਪਰਪਸ ਲਈ ਹੁੰਦਾ ਹੈਗਾ, ਆਪਾਂ ਡਾਟਾ ਇਨਪੁਟ ਕਰਨਾ। ਇਹਦੇ 'ਚ ਕੀ ਆ, ਆਪਾਂ ਡਾਕੂਮੈਂਟਸ ਟਾਈਪ ਕਰ ਸਕਦੇ ਹਾਂ, ਗੇਮਸ ਪਲੇ ਕਰ ਸਕਦੇ ਹਾਂ, ਜਾਂ ਅਦਰ ਕੋਈ ਵੀ ਡਾਟਾ ਐਂਟਰੀ ਕਰ ਸਕਦੇ ਹੈਗੇ। ਦੈਨ ਆਲਮੋਸਟ ਤੁਸੀਂ ਅਵੇਅਰ ਹੈ ਇਸ ਡਿਵਾਈਸ ਬਾਰੇ। ਇਹਦੀ 80 ਔਰ 100 ਕੀਜ਼ ਹੁੰਦੀਆਂ ਹੈਗੀਆਂ, ਜਿਹੜੀ ਟੋਟਲ ਨੰਬਰ ਆਫ ਕੀਜ਼ ਹੈਗੀਆਂ। ਇਹਨੂੰ ਕੁਐਟੀ ਕੀਬੋਰਡ ਵੀ ਕਹਿ ਦਿੰਦੇ ਹੈਗੇ ਆ, ਜਿਹੜੇ ਅੱਜ ਕੱਲ੍ਹ ਚੱਲਦੇ ਆ। ਕੁਐਟੀ ਕੀਬੋਰਡ ਕਿਉਂ ਕਹਿ ਦਿੰਦੇ ਹੈਗੇ, ਕਿਉਂਕਿ ਇਹਦੀਆਂ ਜਿਹੜੀਆਂ ਪਹਿਲੀਆਂ ਟੌਪ ਜਿਹੜੀਆਂ 6 ਕੀਜ਼ ਹੈਗੀਆਂ, ਜਿਹੜੀਆਂ ਟੋਟਲ 6 ਕੀਜ਼ ਹੈਗੀਆਂ, ਇਹ ਸਾਰੀਆਂ ਇਸ ਫਾਰਮ 'ਚ ਹੁੰਦੀਆਂ ਹੈਗੀਆਂ। ਜਿਸ ਤਰ੍ਹਾਂ ਕੀ ਆ, ਮੈਂ ਕੀਬੋਰਡ ਰੱਖਿਆ ਹੋਇਆ ਹੈਗਾ, ਇਹ ਕੀਬੋਰਡ ਦੇ ਜਿਹੜੀਆਂ ਇਹ QWERTY, ਸੋ ਇਹ ਕੁਐਟੀ ਕੀਬੋਰਡ ਹੈ। ਸੋ ਕੁਐਟੀ ਕੀਬੋਰਡ ਕਿਉਂਕਿ ਇਹ ਪਹਿਲੀਆਂ ਜਿਹੜੀਆਂ 6 ਕੀਜ਼ ਦੇ ਨਾਮ ਨਾਲ ਇਹਦਾ ਨਾਮ ਜਾਣਿਆ ਜਾਂਦਾ ਕੀਬੋਰਡ, ਕਿਉਂਕਿ ਕੀਬੋਰਡ ਦੇ ਵਿੱਚ ਕਾਫੀ ਚੇਂਜਸ ਆਈਆਂ। ਚੇਂਜਸ ਇਸ ਤਰ੍ਹਾਂ ਆਈਆਂ ਕਿਉਂਕਿ ਅਲਟੀਮੇਟਲੀ ਕੀ ਹੈ, ਆਪਾਂ ਡਾਟਾ ਹੀ ਇਨਪੁਟ ਕਰਨਾ ਹੈ, ਪਰ ਉਹਦੇ 'ਚ ਕੀ ਹੈ, ਅਲਫਾਬੈਟਸ ਐਂਟਰ ਕਰਨੇ ਜਾਂ ਨਮੈਰਿਕ ਕਰਨੇ ਆ ਜਾਂ ਕੰਟਰੋਲਸ ਕਰਨੇ ਆ, ਹੋਰ ਕੋਈ ਕੀਜ਼ ਹੈ। ਬਟ ਮੇਨਲੀ ਸੀਗਾ ਵੀ ਇਹਦੀ ਸਪੀਡ ਕਿਸ ਤਰ੍ਹਾਂ ਇਨਕਰੀਜ਼ ਕੀਤੀ ਜਾਵੇ। ਮੀਨਸ ਕੀ ਹੈ, ਜਿਹੜੀ ਹੈਂਡ ਦੀ ਪੋਜੀਸ਼ਨ ਸੀਗੀ ਆਪਾਂ ਕਿਸ ਤਰ੍ਹਾਂ ਰੱਖੀਏ ਕਿ ਆਪਣੀ ਜਿਹੜੀ ਜੋ ਆਪਾਂ ਡਾਟਾ ਐਂਟਰੀ ਦੀ ਸਪੀਡ ਆ ਉਹ ਬੈਸਟ ਹੋ ਸਕੇ। ਆਪਣੇ ਹੈਂਡਸ ਦੇ ਅਕੋਰਡਿੰਗਲੀ ਕਿਹੜੇ ਕਰੈਕਟਰਸ ਮੋਸਟਲੀ ਯੂਜ਼ ਹੁੰਦੇ ਹੈਗੇ ਆ, ਕਿਹੜੇ ਘੱਟ ਯੂਜ਼ ਹੁੰਦੇ ਹੈਗੇ ਆ, ਉਹਦੇ ਅਕੋਰਡਿੰਗਲੀ ਇਹਦੇ 'ਚ ਵਾਰ-ਵਾਰ ਚੇਂਜਸ ਆਈਆਂ। ਅਤੇ ਜਿਹੜਾ ਫੇਮਸ ਜਿਹੜਾ ਕੀਬੋਰਡ ਹੈ ਡੈਟ ਇਜ਼ ਕੁਐਟੀ ਕੀਬੋਰਡ ਕਹਿ ਦਿੰਦੇ ਹੈਗੇ ਆ, ਕਿਉਂਕਿ ਇਹਦੇ 'ਚ ਕਾਫੀ ਜਿਹੜੀ ਟਾਈਪਿੰਗ ਜਿਹੜੀ ਕਰਨੀ ਹੈਗੀ ਆ ਉਹ ਈਜ਼ੀ ਰਹਿੰਦੀ। ਈਜ਼ੀ ਦਾ ਮੀਨਿੰਗ ਕੀ ਹੈ, ਜਿਹੜੇ ਐਪਰੋਪ੍ਰੀਏਟ ਜਿਹੜੇ ਕਰੈਕਟਰ, ਹੁਣ ਕਈ ਵਾਰ ਤੁਸੀਂ ਦੇਖਿਆ ਹੈਗਾ ਜਦੋਂ ਆਪਾਂ ਕੋਈ ਸੈਂਟੈਂਸ ਬਣਾਉਣੇ ਹੈਗੇ ਆ, ਸੈਂਟੈਂਸ ਕੀ ਹੁੰਦਾ ਹੈਗਾ, ਕੁਝ ਕਰੈਕਟਰ ਜਿਹੜੇ ਆ, ਕੁਝ ਕਰੈਕਟਰ ਇੱਦਾਂ ਦੇ ਜਿਹੜੇ ਵਾਰ-ਵਾਰ ਯੂਜ਼ ਹੁੰਦੇ ਹੈਗੇ ਆ, ਕਿਉਂਕਿ ਜਿਹੜੇ ਵਾਰ-ਵਾਰ ਯੂਜ਼ ਹੋਣੇ ਹੈਗੇ ਆ ਉਹਨਾਂ ਨੂੰ ਇਹਨਾਂ ਨੇ ਉਸ ਜਗ੍ਹਾ 'ਤੇ ਪਲੇਸ ਕੀਤਾ ਜਿੱਥੇ ਕਿ ਆਪਣੀ ਜਿਹੜੀਆਂ ਫਿੰਗਰਸ ਹੈਗੇ ਈਜ਼ੀਲੀ ਉਸ ਜਗ੍ਹਾ 'ਤੇ ਆਪਾਂ ਪੁੱਟ ਕਰ ਸਕੀਏ। ਸੋ ਉਹਦੇ ਅਕੋਰਡਿੰਗਲੀ ਚੇਂਜ ਹੁੰਦੀ ਰਹੇਗੀ। ਸੋ ਇਹਨੂੰ ਕੁਐਟੀ ਕੀਬੋਰਡ ਕਹਿੰਦੇ ਹੈਗੇ। ਸੋ ਜਿਹੜੀਆਂ ਕੀਜ਼ ਹੈਗੀਆਂ ਕੀਬੋਰਡ ਦੇ ਉੱਪਰ, ਉਹ ਜ਼ਿਆਦਾਤਰ ਕਿਹੜੀਆਂ ਹੈਗੀਆਂ, ਅਲਫਾ ਨੁਮੈਰਿਕ ਕੀਜ਼ ਹੈ। ਅਲਫਾ ਨੁਮੈਰਿਕ ਕੀਜ਼ ਅਲਫਾਬੈਟਸ ਆ ਜਾਂਦੇ ਤੁਹਾਡੇ A to Z ਆ ਜਾਂਦੇ ਹੈਗੇ ਆ। A to Z ਦੇ ਵਿੱਚ ਕੀ ਹੈ, ਤੁਸੀਂ ਇਹਨਾਂ ਕਰੈਕਟਰਸ ਨੂੰ ਸਮਾਲਰ ਕਰੈਕਟਰ ਵੀ ਲਿਖ ਸਕਦੇ ਹੈਗੇ ਆ, ਅਤੇ ਤੁਹਾਡੇ ਕੈਪੀਟਲ 'ਚ ਵੀ ਆ ਜਾਂਦੇ ਹੈਗੇ ਆ। ਦੈਨ ਨੁਮੈਰਿਕ ਕੀਜ਼ ਦੇ ਵਿੱਚ ਕੀ ਹੈ, 0 to 9 ਜਿਹੜੀਆਂ ਹੈਗੀਆਂ ਉਹ ਨੁਮੈਰਿਕ ਕਰੈਕਟਰਸ ਆ ਜਾਂਦੇ ਹੈਗੇ ਆ। ਦੈਨ ਫੰਕਸ਼ਨਸ ਕੀਜ਼, ਹੁਣ ਜਿਹੜੀਆਂ ਦੇਖੋ ਜਿਹੜੀਆਂ ਫੰਕਸ਼ਨਸ ਕੀਜ਼ ਹੈ, ਹੁਣ ਜਿਹੜਾ ਤੁਹਾਡੇ ਇਹ ਕੀਬੋਰਡ ਹੈ ਤੇ ਦੇਖੋ ਇਹ F1 to ਜਿਹੜਾ ਉੱਪਰ ਹੈ F1 F2 F3, ਇਹ ਕੁਝ ਫੰਕਸ਼ਨਸ ਕੀਜ਼ ਹੈ। ਇਹ ਸਪੈਸ਼ਲੀ ਡਿਜ਼ਾਈਨ ਕੀਤੀਆਂ, ਇਹਨਾਂ ਦਾ ਸਪੈਸੀਫਿਕ ਫੰਕਸ਼ਨ ਹੈ। ਜਿਸ ਤਰ੍ਹਾਂ ਕਈ ਵਾਰ ਆਪਾਂ ਕੰਪਿਊਟਰ ਨੂੰ ਸ਼ਟ ਡਾਊਨ ਕਰਨਾ ਹੈਗਾ, ਕੰਪਿਊਟਰ ਨੂੰ ਸ਼ਟ ਡਾਊਨ ਕਰਨ ਵੇਲੇ ਕੀ ਅਲਟਰ ਜਾਂ ਕੰਟਰੋਲ F4 ਕਰ ਦਿੰਦੇ ਹੈਗੇ ਆ, ਉਹਦੇ ਨਾਲ ਕੀ ਕੰਪਿਊਟਰ ਸ਼ਟ ਡਾਊਨ ਹੋ ਜਾਂਦਾ। ਸੋ ਇਹ ਕਿਸੇ ਕੰਬੀਨੇਸ਼ਨ ਨਾਲ ਚੱਲਦੀ ਹੈ, ਇਹਨਾਂ ਦੀ ਪ੍ਰੋਗਰਾਮਿੰਗ ਵੀ ਕੀਤੀ ਜਾਂਦੀ ਹੈ। ਇਹ ਸਾਰੇ ਤੁਹਾਡੇ ਨੁਮੈਰਿਕ ਹੋ ਜਾਂਦੇ ਹੈਗੇ ਆ, ਨੁਮੈਰਿਕ ਹੈਗੇ ਆ। ਇਹ ਤੁਹਾਡੇ ਅਲਫਾਬੈਟਸ ਆ ਜਾਂਦੇ A to Z ਸਾਰੇ, ਅਤੇ ਉਸ ਤੋਂ ਇਲਾਵਾ ਵੀ ਕੁਝ ਦੂਸਰਾ ਆ ਜਾਂਦਾ, ਇਹ ਤੁਹਾਡੇ ਫੰਕਸ਼ਨਸ ਕੀਜ਼ ਹੈ। ਦੈਨ ਕੰਟਰੋਲ ਕੀਜ਼, ਕੰਟਰੋਲ ਕੀਜ਼ 'ਚ ਆ ਜਾਂਦਾ ਹੈਗਾ, ਕੰਟਰੋਲ ਕੀਜ਼ ਦੇ ਵਿੱਚ ਜਿਸ ਤਰ੍ਹਾਂ ਅਲਟਰ, ਸ਼ਿਫਟ, ਕੰਟਰੋਲ, escape, ਸ਼ਿਫਟ, ਐਂਟਰ, ਇਹ ਸਾਰੀਆਂ ਜਿਹੜੀਆਂ ਕੀ ਹੈ ਇਹ ਸਪੈਸੀਫਿਕ ਕੀਜ਼ ਹੈਗੀਆਂ, ਜਿਹੜੀਆਂ ਕਿਸੇ ਕੰਬੀਨੇਸ਼ਨ ਨਾਲ ਚੱਲਦੀਆਂ। ਕੰਬੀਨੇਸ਼ਨ ਦਾ ਮਤਲਬ ਕੀ ਹੈ, ਇਹ ਜਿਵੇਂ ਅਲਟਰ, ਕੰਟਰੋਲ, ਡੈਲ, ਇਹ 3 ਜਾਂ 2 ਦੇ ਕੰਬੀਨੇਸ਼ਨ 'ਤੇ ਕਰਦੇ ਹੈਗੇ ਆ। ਜਿਵੇਂ ਸਪੋਜ਼ ਤੁਸੀਂ ਬਿਗਰ ਕਰੈਕਟਰ ਹੋਣੇ ਤਾਂ ਸ਼ਿਫਟ A ਕਰੋਗੇ ਤਾਂ ਤੁਹਾਡਾ ਕੈਪੀਟਲ ਆ ਜਾਂਦਾ ਹੈਗਾ। ਸੋ ਇੱਕ ਨੁਮੈਰਿਕ ਕੀਪੈਡ, ਇੱਕ ਐਸੇ ਇੱਕ ਨੁਮੈਰਿਕ ਕੀਪੈਡ ਹੈ ਸਪੈਸੀਫਿਕ ਫਾਰ, ਤੂੰ ਦੇਖਿਆ ਹੋਏਗਾ ਜਿਹੜਾ ਤੁਹਾਡਾ ਕੀਬੋਰਡ ਹੈ, ਕੀਬੋਰਡ ਦੀ ਬਿਲਕੁਲ ਰਾਈਟ ਸਾਈਡ ਹੈ, ਉਸ 'ਚ ਇੱਕ ਨੰਬਰ ਹੀ ਹੁੰਦੇ ਆ 1 2 3 4 5 6। ਇਹ ਇੱਥੇ ਇੱਕ ਨਮ ਲੌਕ ਲਿਖਿਆ ਹੁੰਦਾ ਹੈਗਾ, ਜਾਂ ਕੀ ਹੈ ਨਮ ਲੌਕ। ਨਮ ਲੌਕ ਦਾ ਹੀ ਪਰਪਸ ਕੀ ਹੈ, ਜੋ ਤੁਸੀਂ ਨੁਮੈਰਿਕ ਕੰਮ ਕਰਨਾ ਹੈਗਾ, ਬਜਾਏ ਕਿ ਇੱਥੋਂ ਕੀਜ਼ ਯੂਜ਼ ਕਰਨ ਦੇ ਤੁਸੀਂ ਕੀ ਹੈ ਡਾਇਰੈਕਟ ਇਹ ਯੂਜ਼ ਕਰੋ, ਤੁਹਾਨੂੰ ਈਜ਼ੀਲੀ ਹੈ ਕਿਉਂਕਿ ਸਾਰੇ ਨੰਬਰਸ ਇੱਥੇ ਆ। ਤੁਸੀਂ ਡਾਟਾ ਐਂਟਰੀ ਸਿਰਫ ਨੰਬਰਾਂ 'ਚ ਕਰਨੀ ਹੈਗੀ ਹੈ, ਤੁਸੀਂ ਨਮ ਲੌਕ ਔਨ ਕਰ ਦਿਓ ਅਤੇ ਤੁਹਾਡੇ ਇਹ ਕਰੈਕਟਰ ਐਕਟ ਕਰਦੇ ਹੈਗੇ ਆ। ਅਦਰਵਾਈਜ਼ ਕੀ ਹੈ, ਇਹ ਪੇਜ ਅਪ ਪੇਜ ਡਾਊਨ ਉਹਦਾ ਵੀ ਕੰਮ ਕਰਦੇ ਆ, ਪਰ ਜਦੋਂ ਤੁਸੀਂ ਨਮ ਲੌਕ ਔਨ ਕਰਦੇ ਹੈਗੇ ਆ ਅਤੇ ਐਜ਼ ਕੀ ਕਰਦੇ ਆ ਕੰਮ ਨੁਮੈਰਿਕ, ਇਹ ਨੁਮੈਰਿਕ ਕੀਪੈਡ ਹੈਗਾ। ਇਹ ਸਾਰਾ ਸਪੈਸੀਫਿਕ ਡਿਜ਼ਾਈਨ ਕੀਤਾ ਤਾਂ ਕਿ ਨੁਮੈਰਿਕ ਕੈਲਕੂਲੇਸ਼ਨਾਂ ਕੀਤੀਆਂ ਜਾਣ। ਦੈਨ ਵਿੰਡੋ ਸਟਾਰਟ ਕੀ, ਹੁਣ ਅੱਜ ਕੱਲ੍ਹ ਜਿਹੜੇ ਜਿੰਨੇ ਵੀ ਕੀਬੋਰਡ ਆ ਰਹੇ ਉਹਨਾਂ 'ਚ ਇੱਕ ਵਿੰਡੋਜ਼ ਕੀ ਵਗੈਰਾ ਵੀ ਹੁੰਦੀ ਹੈ, ਜਿਸ ਤਰ੍ਹਾਂ ਕਿ ਆਹ ਕੀ ਜਿਹੜੀ ਹੈਗੀ ਆ
ਇਹ ਵਿੰਡੋਜ਼ ਕੀ ਹੈ। ਵਿੰਡੋਜ਼ ਕੀ ਹੈ, ਡਾਇਰੈਕਟ ਤੁਸੀਂ ਵਿੰਡੋ ਤੁਹਾਡੀ ਓਪਨ ਹੋ ਜਾਂਦੀ ਹੈਗੀ ਆ, ਤੁਹਾਡਾ ਡੈਸਕਟਾਪ ਆ ਜਾਂਦਾ ਹੈਗਾ। ਸੋ ਇਹ ਜਨਰਲ ਜਿਹੜਾ ਹੈਗਾ, ਇਹ ਤੁਹਾਡੇ ਇਹ ਸਟਰਕਚਰ ਹੈ ਤੁਹਾਡੇ ਜਿਹੜੇ ਕੀਬੋਰਡ ਦਾ, ਇਹ ਤੁਹਾਡਾ ਐਕਸਟਰਨਲ ਸਟਰਕਚਰ ਹੈ। ਐਕਸਟਰਨਲ ਸਟਰਕਚਰ ਦਾ ਕੀ ਹੈ, ਇਹਦੇ 'ਚ ਜਿਵੇਂ ਇਹ ਤੁਹਾਡਾ ਅਲਟਰ ਕੀਜ਼ ਹੋ ਗਈਆਂ, ਤੁਹਾਡਾ ਇਹ ਸਪੇਸ ਬਾਰ ਹੈਗੀ ਹੈ, ਬਾਕੀ ਅਦਰ ਕੀਜ਼ ਹੈਗੀਆਂ। ਫਿਰ ਇਹ 'ਚ ਕੀ ਆ, ਐਰੋ ਕੀਜ਼ ਵੀ ਹੈਗੀਆਂ, 3 ਐਰੋ ਕੀਜ਼ ਆ। ਜਿਹੜਾ ਐਰੋ ਕੀਜ਼ ਦਾ ਕੰਬੀਨੇਸ਼ਨ ਹੈ, ਇਹ ਵੀ ਇੱਕ ਹੁੰਦਾ ਹੈਗਾ, ਇੱਕ ਐਰੋ ਕੀਜ਼ ਹੁੰਦੀ ਆ, ਤੁਸੀਂ ਕੀ ਕਹਿ ਸਕਦੇ ਆ, ਐਰੋ ਕੀਜ਼ ਹੁੰਦੀ ਹੈ। ਐਰੋ ਕੀਜ਼ ਨਾਲ ਤੁਸੀਂ ਮੂਵਮੈਂਟ ਲੈਫਟ ਰਾਈਟ ਮੂਵਮੈਂਟ ਕਰ ਸਕਦੇ ਹੈਗੇ ਆ। ਇਹ ਸਟਰਕਚਰ ਅਲੱਗ ਹੈ। ਇਹ ਜਿਹੜਾ ਮੈਂ ਕੀਬੋਰਡ ਤੁਹਾਨੂੰ ਦਿਖਾ ਰਿਹਾ, ਇਹ ਵਾਇਰਲੈਸ ਕੀਬੋਰਡ ਹੈ। ਸੋ ਇਹਦੇ 'ਚ ਕੇਬਲ ਨਹੀਂ ਹੈ ਕਿਤੇ ਵੀ। ਅਦਰਵਾਈਜ਼ ਨੋਰਮਲੀ ਜਿਹੜਾ ਕੀਬੋਰਡ ਹੋਏਗਾ, ਜਿਹੜਾ ਕੇਬਲ ਵਾਲਾ ਹੋਏਗਾ, ਉਹਦੇ ਤੁਹਾਡੇ ਕੇਬਲ ਲੱਗੀ ਹੋਏਗੀ। ਸੋ ਇਹ ਐਕਸਟਰਨਲ ਸਟਰਕਚਰ ਹੈ। ਸੋ ਇਹਦੇ 'ਚ ਕੀ, ਜਦੋਂ ਵੀ ਆਪਾਂ ਕੀ ਪ੍ਰੈਸ ਕਰਦੇ ਹੈਗੇ ਆ, ਕੀ ਪ੍ਰੈਸ ਕਰਨ ਤੋਂ ਬਾਅਦ ਕੀ ਹੈ, ਕੀ ਬਾਹਰ ਆ ਜਾਂਦੀ ਹੈਗੀ ਆ, ਦੁਬਾਰਾ ਉਸੇ ਪੋਜੀਸ਼ਨ 'ਚ ਆ ਜਾਂਦੀ ਹੈਗੀ ਆ, ਉਹਨੂੰ ਕੀ ਪ੍ਰੈਸ ਕਹਿੰਦੇ ਆ। ਹੁਣ ਜਦੋਂ ਵੀ ਕੀ ਪ੍ਰੈਸ ਕਰਦੇ ਆ ਤਾਂ ਕੀ ਹੁੰਦਾ ਹੈਗਾ, ਉਹਦੇ ਬਾਰੇ ਤੁਹਾਨੂੰ ਮੈਂ ਤਾਂ ਇੰਟਰਨਲ ਸਟਰਕਚਰ ਦੱਸਦਾ, ਅੰਦਰ ਕੀ ਹੈ। ਬੇਸਿਕਲੀ ਇਹਦੇ ਅੰਦਰ ਕੀ ਹੈ, ਜੋ ਜਨਰਲ ਸਟਰਕਚਰ ਕੀ ਹੁੰਦਾ ਹੈਗਾ, inside inside keyboard ਮੀਨਸ ਕੀ ਹੈ, ਕੀਬੋਰਡ ਦਾ ਐਕਸਟਰਨਲ ਸਟਰਕਚਰ ਤੁਸੀਂ ਦੇਖ ਲਿਆ, ਤਾਂ ਕੀਬੋਰਡ ਦੇ ਇੰਟਰਨਲ ਸਟਰਕਚਰ ਕੀ ਹੈ। ਇੰਟਰਨਲ ਸਟਰਕਚਰ ਦੇਖਦੇ ਕੀ ਹੈ, ਮੀਨਸ ਕੀ ਇਹਦੇ ਅੰਦਰ ਕੀ ਹੈ, ਕੀਬੋਰਡ ਦੇ ਅੰਦਰ। ਹੁਣ ਕੀਬੋਰਡ ਦੇ ਬੇਸਿਕਲੀ ਅੰਦਰ ਕੀ ਹੈ, ਤਾਂ ਇੱਕ ਤਰ੍ਹਾਂ ਨਾਲ ਇਹਦੇ 'ਚ ਕੀ ਹੈ, ਕੀ ਮੈਟ੍ਰਿਕਸ ਹੈ। ਕੀ ਮੈਟ੍ਰਿਕਸ, ਕੀ ਮੈਟ੍ਰਿਕਸ ਮੈਂ ਤੁਹਾਨੂੰ ਇੱਕ ਡਿਜ਼ਾਈਨ ਬਣਾ ਕੇ ਦਿਖਾ ਦੇਣਾ। ਕੀ ਮੈਟ੍ਰਿਕਸ ਇਹਦੇ 'ਚ ਕੀ ਹੈ, ਰੋਜ਼ ਐਂਡ ਕਾਲਮਸ ਹੈ, rows and columns, ਇਹ ਸਾਰਾ ਕੀ ਮੈਟ੍ਰਿਕਸ ਬਣ ਗਿਆ। ਹੁਣ ਕੀ ਮੈਟ੍ਰਿਕਸ ਤੇ ਕੀ ਹੈ, ਹਰੇਕ ਜਗ੍ਹਾ ਤੇ ਕੀ ਹੈ, ਜਿੱਥੇ ਵੀ ਇੰਟਰਸੈਕਸ਼ਨ ਹੈ, ਜਿੱਥੇ ਵੀ ਇੰਟਰਸੈਕਸ਼ਨ ਹੈ, ਉੱਥੇ ਕੀ ਹੈ, ਇਸ ਤਰ੍ਹਾਂ ਕੀਜ਼ ਲੱਗੀਆਂ ਹੋਈਆਂ। ਇਸ ਤਰ੍ਹਾਂ ਕੀਜ਼ ਦਾ ਮਤਲਬ ਕੀ ਹੈ, ਜਿਵੇਂ ਇਹ ਰੋਜ਼ ਹੈ 1 2 3 4 5 6, ਇੱਦਾਂ ਹੀ ਕਾਲਮਸ ਹੈ 0 1 2 3 4 5 6, ਇਹ ਸਾਰਾ ਮੈਟ੍ਰਿਕਸ ਹੈ। ਤੇ ਹਰੇਕ ਮੈਟ੍ਰਿਕਸ ਤੇ ਜਿੱਥੇ ਇੰਟਰਸੈਕਸ਼ਨ ਤੇ ਕੀ ਲੱਗੀ ਹੋਈ ਹੈਗੀ ਹੈ। ਹੁਣ ਜਿਹਨੂੰ ਇੱਥੋਂ ਵੀ ਆਪਾਂ ਇਹਨੂੰ ਕਰਾਂਗੇ, ਤਾਂ ਹੁਣ ਬੇਸਿਕਲੀ ਹੁੰਦਾ ਕੀ ਹੈ, ਜਦੋਂ ਵੀ ਆਪਾਂ ਕੋਈ ਕੀ ਪ੍ਰੈਸ ਕਰਦੇ ਹੈਗੇ ਆ, ਕੀ ਪ੍ਰੈਸ ਕਰਨ ਨਾਲ ਕੀ ਹੈ, ਤੁਹਾਨੂੰ ਦੱਸਿਆ ਮੈਂ ਇੱਦਾਂ ਇੱਕ ਨੂੰ ਇਸ ਚੀਜ਼ ਨੂੰ ਐਲੈਬੋਰੇਟ ਕਰ ਦੇਣਾ ਹੈਗਾ। ਇਸ ਚੀਜ਼ ਨੂੰ ਐਲੈਬੋਰੇਟ ਕਰਨ ਲਈ ਕੀ ਆ, ਇਹ ਤੁਹਾਡੀ ਇਹ ਕੀ ਦਾ ਇੰਟਰਸੈਕਸ਼ਨ ਹੈ, ਇਸ ਜਗ੍ਹਾ ਤੇ ਕੀ ਹੈ, ਆ ਤੁਹਾਡੀ ਕੀ ਹੈ। ਆ ਜਦੋਂ ਤੁਸੀਂ ਕੀ ਪ੍ਰੈਸ ਕਰਦੇ ਹੈਗੇ ਆ, ਤਾਂ ਇਹ ਕਨੈਕਟਰ ਹੈਗਾ, ਇਹ ਸਰਕਟ ਹੈ। ਇਹ ਸਰਕਟ ਜਦੋਂ ਤੱਕ ਤਾਂ ਕੀ ਉੱਪਰ ਹੁੰਦੀ ਹੈਗੀ ਆ, ਤਾਂ ਸਰਕਟ ਕੰਪਲੀਟ ਨਹੀਂ ਹੁੰਦਾ ਹੈਗਾ। ਜਦੋਂ ਇਹ ਕੀ ਪ੍ਰੈਸ ਕਰਦੇ ਆ ਤੁਸੀਂ, ਤਾਂ ਇਹ ਵਾਲੀ ਜਗ੍ਹਾ ਜਿਹੜੀ ਹੈਗੀ ਹੈ, ਇਸ ਜਗ੍ਹਾ ਤੇ ਜਾ ਕੇ ਲੱਗ ਜਾਂਦੀ ਹੈਗੀ ਆ। ਉਹਦੇ ਨਾਲ ਕੀ ਹੁੰਦਾ ਹੈਗਾ, ਤੁਹਾਡਾ ਜੋ ਨੀਚੇ ਜਾਏਗੀ ਕੀ ਹੋਏਗਾ, ਤੁਹਾਡਾ ਜਿਹੜਾ ਸਰਕਟ ਕੰਪਲੀਟ ਹੋ ਜਾਏਗਾ। ਜਦੋਂ ਸਰਕਟ ਕੰਪਲੀਟ ਹੁੰਦਾ ਹੈਗਾ, ਤਾਂ ਉਹਦੇ ਨਾਲ ਕੀ ਹੁੰਦਾ ਹੈਗਾ, ਕਰੰਟ ਫਲੋ ਕਰਦਾ ਹੈਗਾ, ਬੜਾ ਸਮਾਲਰ ਅਮਾਊਂਟ ਆਫ ਕਰੰਟ ਫਲੋ ਕਰਦਾ ਹੈਗਾ। ਜਿਹੜਾ ਉਹ ਕਰੰਟ ਫਲੋ ਕਰਦਾ ਹੈਗਾ, ਉਹਦੇ ਅਕੋਰਡਿੰਗਲੀ ਸਿਸਟਮ ਨੂੰ ਪਤਾ ਲੱਗ ਜਾਂਦਾ ਹੈਗਾ, ਕੀਬੋਰਡ ਕੰਟਰੋਲਰ ਵੀ ਹੁੰਦਾ ਹੈਗਾ, ਉਹ ਚੈੱਕ ਕਰ ਲੈਂਦਾ ਵੀ ਕਿਹੜੀ ਕਿਹੜੀ ਜਗ੍ਹਾ ਤੇ ਕਰੰਟ ਫਲੋ ਕੀਤਾ ਹੈਗਾ। ਉਸ ਪੋਜੀਸ਼ਨ ਤੋਂ ਇਹਨਾਂ ਨੂੰ ਪਤਾ ਲੱਗਦਾ ਹੈ, ਮੀਨਸ ਕਿਹੜੀ ਕੀ ਪ੍ਰੈਸ ਹੋਈ ਹੈਗੀ ਹੈ। ਕਾਰਨ ਕੀ ਹੈ, ਕਿਸ ਤਰ੍ਹਾਂ ਪਤਾ ਲੱਗਦਾ ਹੈਗਾ, ਇਹਦਾ ਸਾਰੇ ਦਾ ਜਿਹੜਾ ਜਿੰਨਾ ਸਟਰਕਚਰ ਹੈਗਾ, ਇਹ ਸਾਰੇ ਦਾ ਸਾਰਾ ਸਟਰਕਚਰ ਕੀ ਹੈ, ਇੱਕ ਰੋਮ 'ਚ ਇੱਕ ਕਰੈਕਟਰ ਮੈਪ ਹੁੰਦਾ ਹੈਗਾ। ਰੀਡ ਓਨਲੀ ਮੈਮਰੀ ਹੁੰਦੀ ਇਹਦੇ ਅੰਡਰ, ਉਹਦੇ 'ਚ ਕੀ ਕਰੈਕਟਰ ਮੈਪ ਹੁੰਦਾ ਹੈਗਾ। ਕਰੈਕਟਰ ਮੈਪ, ਕਰੈਕਟਰ ਮੈਪ ਦਾ ਮਤਲਬ ਕੀ ਹੈ, ਹੁਣ ਜਿਵੇਂ 0 ਤੇ 0 ਵਾਲਾ ਇਹ ਵਾਲੀ ਰੋ ਤੇ ਇਹ ਕਾਲਮ ਦਾ ਆਪਸ ਕਨੈਕਸ਼ਨ ਐਸਟੈਬਲਿਸ਼ ਹੋਇਆ। ਸਪੋਜ਼ ਇੱਥੇ ਇਹ ਕਰੈਕਟਰ ਹੈ, ਇਹ ਕਰੈਕਟਰ ਹੈ,
ਤਾਂ ਇਹ ਕਿਵੇਂ ਇਸ ਜਗ੍ਹਾ ਤੇ ਕੀ ਇਹ ਕਰੈਕਟਰ ਹੈ, ਇਹਦੀ ਇਨਫੋਰਮੇਸ਼ਨ ਕਰੈਕਟਰ ਮੈਪ 'ਚ ਹੁੰਦੀ ਹੈਗੀ ਆ। ਕਨੈਕਟਰ ਮੈਪ ਤੋਂ ਪਤਾ ਲੱਗ ਜਾਂਦਾ ਹੈਗਾ ਵੀ ਜਿਹੜੀ ਕੀ ਪ੍ਰੈਸ ਹੋਈ ਹੈਗੀ ਆ ਉਹ ਇਹ ਕੀ ਪ੍ਰੈਸ ਹੋਈ ਹੋਈ ਹੈ, ਉਹਦੇ ਅਕੋਰਡਿੰਗਲੀ ਹੀ ਉੱਥੇ ਏ ਨੂੰ ਡਿਸਪਲੇ ਕੀਤਾ ਜਾਂਦਾ ਹੈਗਾ। ਮੇਨਲੀ ਕੀ ਹੈ, ਪਹਿਲਾਂ ਤੁਹਾਡਾ ਸਰਕਟ ਕੰਪਲੀਟ ਕੀਤਾ ਜਾਂਦਾ, ਜਿਹੜੀ ਕੀ ਪ੍ਰੈਸ ਕਰਦੇ ਆ ਤੁਸੀਂ, ਜਦੋਂ ਤੁਸੀਂ ਕੀ ਪ੍ਰੈਸ ਕਰਦੇ ਹੈਗੇ ਸਰਕਟ ਕੰਪਲੀਟ ਹੋ ਜਾਂਦਾ। ਜਦੋਂ ਸਰਕਟ ਕੰਪਲੀਟ ਹੁੰਦਾ ਹੈਗਾ ਤਾਂ ਕਿਹੜੀ ਜਗ੍ਹਾ ਤੇ ਕੀ ਪ੍ਰੈਸ ਹੋਈ ਆ ਉਸ ਚੀਜ਼ ਦਾ ਪਤਾ ਲੱਗਦਾ ਹੈਗਾ। ਉਸ ਤੋਂ ਇੱਕ ਕਰੈਕਟਰ ਮੈਪ ਹੁੰਦਾ, ਕਰੈਕਟਰ ਮੈਪ 'ਚ ਸਾਰੀ ਡਿਟੇਲ ਲਿਖੀ ਹੁੰਦੀ ਹੈ। ਮੀਨ 0 1 0 ਤੇ A ਹੈ, 0 1 ਵਾਲੇ ਤੇ B ਹੈਗਾ, C ਆ। ਜਿਹੜੇ ਕਰੈਕਟਰ ਜਿੰਨੇ ਕਰੈਕਟਰ ਆਪਾਂ ਕੀਬੋਰਡ ਤੇ ਬਣੇ ਆ, ਇਹ ਨੀਚੇ ਪਤਾ ਲੱਗ ਜਾਂਦਾ ਵੀ ਇਸ ਜਗ੍ਹਾ ਤੇ ਇਹ ਕਰੈਕਟਰ ਹੈ, ਤੇ ਜਿਹੜੀ ਵੀ ਲਾਈਨ 'ਚ ਇੰਟਰਸੈਕਸ਼ਨ ਦੇ ਵਿੱਚ ਕਰੰਟ ਫਲੋ ਕਰਦਾ ਹੈਗਾ, ਉਹਦੇ ਅਕੋਰਡਿੰਗਲੀ ਕੀ ਹੈ, ਇਹ ਡਿਟੈਕਟ ਹੋ ਜਾਂਦਾ ਹੈਗਾ ਵੀ ਕਿਹੜਾ ਕਰੈਕਟਰ ਪ੍ਰੈਸ ਹੋਇਆ। ਸੋ ਜਨਰਲ ਜਿਹੜਾ ਪ੍ਰੋਸੀਜਰ ਜਿਹੜਾ ਕੀ ਪ੍ਰੈਸ ਹੈ, ਉਹ ਤੁਹਾਨੂੰ ਮੈਂ ਸਟੈਪ ਬਾਈ ਸਟੈਪ ਇੱਥੇ ਲਿਖ ਦੇਣਾ, ਕੁਛ ਨਾ ਕੀ ਸਟੈਪ ਹੈ। ਸੋ ਇਹਦੇ 'ਚ ਹੁੰਦਾ ਕੀ ਹੈ, ਇਹਦਾ ਜਿਹੜਾ ਕੀਬੋਰਡ ਹੈ ਉਹਦਾ ਆਨ ਪ੍ਰੋਸੈਸਰ ਹੁੰਦਾ ਹੈਗਾ, ਪ੍ਰੋਸੈਸਰ ਐਂਡ ਸਰਕਟਰੀ ਹੁੰਦੀ ਹੈਗੀ ਆ, ਆਪਦਾ ਸਰਕਟ ਹੁੰਦਾ ਹੈਗਾ। ਸਰਕਟਰੀ ਆ ਜਿਹੜੀ ਸਰਕਟਰੀ ਹੁੰਦੀ ਹੈਗੀ ਆ, ਡੈਟ processes information to and from the processor। ਜਿਹੜੀ ਵੀ ਇਨਫੋਰਮੇਸ਼ਨ ਟੂ ਐਂਡ ਫਰੋ ਮੂਵ ਕਰਨੀ ਹੁੰਦੀ ਹੈਗੀ ਆ, ਉਹ ਪ੍ਰੋਸੈਸਰ ਨਾਲ ਮੂਵਮੈਂਟ ਕਰਨੀ ਹੁੰਦੀ ਹੈਗੀ ਆ। ਜਿਹੜਾ ਸਿਗਨਲ ਹੁੰਦਾ ਕੀਬੋਰਡ ਤੋਂ, ਸਿਗਨਲ ਹੁਣ ਜਿਵੇਂ ਜਦੋਂ ਤੁਸੀਂ ਕੀ ਪ੍ਰੈਸ ਕੀਤੀ ਤਾਂ ਇੱਕ ਸਿਗਨਲ ਜਨਰੇਟ ਹੋਊਗਾ, ਇਲੈਕਟ੍ਰਿਕ ਪਲਸ ਆਊਗੀ। ਸਿਗਨਲ ਫਰੋਮ ਕੀਬੋਰਡ is monitored by keyboard controller। ਕੀਬੋਰਡ ਕੰਟਰੋਲਰ, ਇਹ ਕੀਬੋਰਡ ਕੰਟਰੋਲਰ ਇੱਕ ਚਿਪ ਹੁੰਦੀ ਹੈਗੀ ਆ, ਜਿਹੜੀ ਕੀ ਹੈ ਕੀਬੋਰਡ ਦੇ ਜਿਹੜੇ ਸਿਗਨਲ ਆ ਸਾਰਿਆਂ ਨੂੰ ਮੋਨੀਟਰ ਕਰਦੀ ਹੈਗੀ ਆ। ਇਹ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ ਸਾਰਾ ਕੀ ਮੈਟ੍ਰਿਕਸ ਤੋਂ ਬਣਿਆ ਹੁੰਦਾ ਹੈਗਾ। ਜਿਹੜਾ ਸਰਕਟ ਕਾਰਡ ਤੋਂ ਬਣਿਆ ਹੁੰਦਾ ਕੀ ਮੈਟ੍ਰਿਕਸ। ਮੈਟ੍ਰਿਕਸ ਦੀ ਫਾਰਮ ਕੀ ਹੁੰਦੀ ਆ, ਜੋ ਕਿਸੇ ਚੀਜ਼ ਨੂੰ ਰੋਜ਼ ਤੇ ਕਾਲਮਸ ਕਰਦੀ, ਆਪਾਂ ਨੂੰ ਕੀ ਮੈਟ੍ਰਿਕਸ ਕਹਿ ਦਿੰਦੇ ਹੈਗੇ ਆ। ਹੁਣ ਜਦੋਂ ਆਪਾਂ ਕੀ ਪ੍ਰੈਸ ਕਰਦੇ ਹਾਂ, ਵੈਨ ਕੀ ਇਜ਼ ਪ੍ਰੈਸਡ, ਸਰਕਟ ਕੰਪਲੀਟ ਹੋ ਜਾਂਦਾ ਹੈਗਾ। ਸਰਕਟ ਇਜ਼ ਕੰਪਲੀਟਿਡ ਤੇ ਟਾਈਨੀ ਅਮਾਊਂਟ ਆਫ ਕਰੰਟ ਫਲੋਜ਼। ਸੋ ਇਹਦੇ 'ਚ ਕੀ ਹੁੰਦਾ ਹੈਗਾ, ਜਦੋਂ ਆਪਾਂ ਕੀ ਪ੍ਰੈਸ ਕਰਦੇ ਹੈਗੇ ਆ, ਸਰਕਟ ਕੰਪਲੀਟ ਹੁੰਦਾ ਹੈਗਾ, ਬਿਲਕੁਲ ਹੀ ਮਾਈਨਰ ਜੀ ਅਮਾਊਂਟ ਦਾ ਕਰੰਟ ਜਿਹੜਾ ਹੁੰਦਾ, ਟਾਈਨੀ ਅਮਾਊਂਟ ਦਾ ਕਰੰਟ ਜਿਹੜਾ ਹੈਗਾ, ਉਹ ਕੀ ਕਰਦਾ ਹੈਗਾ, ਉਹ ਫਲੋ ਕਰਦਾ ਹੈਗਾ। ਜਦੋਂ ਕਰੰਟ ਫਲੋ ਕਰਦਾ ਹੈਗਾ, ਪ੍ਰੋਸੈਸਰ ਨੂੰ ਪਤਾ ਲੱਗ ਜਾਂਦਾ ਵੀ ਜਿਹੜੀ ਜਗ੍ਹਾ ਤੋਂ ਕਰੰਟ ਪਾਸ ਕੀਤਾ ਹੈਗਾ, ਜਿਹੜੀ ਜਗ੍ਹਾ ਸਰਕਟ ਕਲੋਜ਼ ਕੀਤਾ ਹੈਗਾ, ਉੱਥੋਂ ਪਤਾ ਲੱਗ ਜਾਂਦਾ ਹੈਗਾ। ਸੋ ਕੀ ਹੈ, ਪ੍ਰੋਸੈਸਰ compares the location, means ਕਿ ਕਿਹੜੀ ਜਗ੍ਹਾ ਤੇ ਆਪਣਾ ਸਰਕਟ ਕੰਪਲੀਟ ਹੋਇਆ, ਲੋਕੇਸ਼ਨ ਆਫ that circuit on key matrix to character map, to character map। ਕਰੈਕਟਰ ਮੈਪ ਤੁਹਾਨੂੰ ਦੱਸ ਚੁੱਕਿਆ ਮੈਂ। ਕਰੈਕਟਰ ਮੈਪ ਹੁੰਦਾ ਜਿੱਥੇ ਸਾਰੇ ਜਿਹੜੇ ਮੀਨਸ ਕੀ ਹੈ, ਐਸ ਦਾ A ਹੈ, B ਹੈ, ਸਾਰਾ ਉਹਦਾ ਸਾਰਾ ਇੱਕ ਜਗ੍ਹਾ ਤੇ ਰੋਮ ਦੇ ਸਟੋਰ ਕੀਤਾ ਹੁੰਦਾ ਵੀ ਮੀਨਸ ਕਿ ਜੇ ਇਹ ਜਗ੍ਹਾ ਸਰਕਟ ਕੰਪਲੀਟ ਹੋਇਆ A ਬਣਿਆ, ਜੇ ਇਸ ਜਗ੍ਹਾ ਹੋਇਆ ਤਾਂ B ਬਣਿਆ, ਇਸ ਜਗ੍ਹਾ D ਬਣਿਆ। ਸੋ ਜਿਹੜੀ ਸਾਰੀ ਜਗ੍ਹਾ ਦਾ ਇੱਕ ਜਗ੍ਹਾ ਤੇ ਇੱਕ ਰੈਫਰੈਂਸ ਰੱਖਿਆ, ਇਹਨੂੰ ਕੀ ਕਹਿੰਦੇ ਹੈਗੇ, ਲੁੱਕਅਪ ਟੇਬਲ। ਲੋਕੇਸ਼ਨ ਕਰਦਾ ਹੈਗਾ, ਕਰੈਕਟਰ ਮੈਪ ਇਨ ਰੋਮ ਚ ਹੁੰਦਾ ਹੈਗਾ, ਇਹਨੂੰ ਲੁੱਕਅਪ ਟੇਬਲ ਕਹਿੰਦੇ ਆ। ਲੁੱਕਅਪ ਟੇਬਲ, ਲੁੱਕਅਪ ਟੇਬਲ ਦਾ ਮਤਲਬ ਕੀ ਹੁੰਦਾ ਹੈਗਾ, ਲੁੱਕਅਪ ਟੇਬਲ 'ਚ ਆਪਾਂ ਨੂੰ ਪਤਾ ਲੱਗ ਜਾਂਦਾ ਹੈਗਾ, ਸਿਸਟਮ ਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਕੀ ਪ੍ਰੈਸ ਹੋਈ ਹੈਗੀ ਆ, ਤੇ ਉਹਦੇ ਅਕੋਰਡਿੰਗਲੀ ਕੀ ਹੈ ਫਿਰ ਐਗਜ਼ੈਕਟ ਕੀ ਹੈ, ਉਸ ਤੋਂ ਬਾਅਦ ਪਤਾ ਲੱਗਦਾ ਇਟ ਟੈਸਟ ਦਾ ਪ੍ਰੋਸੈਸਰ position of the each key in the matrix and keystroke। It can be
ਇਟ ਕੈਨ ਡਿਫਰੈਂਸ਼ੀਏਟ ਔਨ ਕੀ ਔਰ ਕੰਬੀਨੇਸ਼ਨ। ਸੋ ਇਹਨਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਜਦੋਂ ਇੱਕ ਤੋਂ ਜ਼ਿਆਦਾ ਕੀਜ਼ ਪ੍ਰੈਸ ਕਰਦੇ ਆ, ਤੁਸੀਂ ਜਿਵੇਂ ਸ਼ਿਫਟ ਏ ਕਰਦੇ ਆ ਪ੍ਰੈਸ, ਤਾਂ ਸ਼ਿਫਟ ਏ ਦਾ ਮਤਲਬ ਕੀ ਹੈ, ਦੋ ਤੁਹਾਡੀਆਂ ਜਿਹੜੀਆਂ ਕੀਜ਼ ਪ੍ਰੈਸ ਕੀਤੀਆਂ ਗਈਆਂ ਉਹਦਾ ਕੰਬੀਨੇਸ਼ਨ ਵੀ ਇਹ ਡਿਟੈਕਟ ਕਰ ਲੈਂਦਾ ਹੈਗਾ। ਸੋ ਕੀਬੋਰਡ ਕੀ ਕਰ ਲੈਂਦਾ ਹੈਗਾ, ਇਹ ਪ੍ਰੈਸਿੰਗ ਦੇ ਫੰਕਸ਼ਨ ਤੋਂ ਲੈ ਕੇ ਅਲਟੀਮੇਟਲੀ ਕਰੰਟ ਸੈਂਸ ਹੁੰਦਾ ਹੈਗਾ, ਕਰੰਟ ਤੋਂ ਬਾਅਦ ਕਰੈਕਟਰ ਮੈਪ ਹੁੰਦਾ ਹੈਗਾ, ਕਰੈਕਟਰ ਮੈਪ ਤੋਂ ਬਾਅਦ ਕੀ ਹੈ, ਇਹ ਪਤਾ ਲੱਗ ਜਾਂਦਾ ਕਿਹੜਾ ਕਰੈਕਟਰ ਪ੍ਰੈਸ ਹੋਇਆ, ਤੇ ਉਹ ਵਾਲਾ ਕਰੈਕਟਰ ਕੀ ਆ, ਆਪਣੀ ਜਿਹੜੀ ਸਕਰੀਨ ਹੈਗੀ ਆ, ਡਿਸਪਲੇ ਸਕਰੀਨ, ਉੱਥੇ ਜਾ ਕੇ ਕੀ ਹੈ, ਡਿਸਪਲੇ ਹੋ ਜਾਂਦਾ ਹੈਗਾ। ਸੋ ਇਹ ਬੇਸਿਕ ਜਿਹੜਾ ਫੰਕਸ਼ਨ ਜਿਹੜਾ ਤੁਹਾਡਾ ਕੀ ਹੈਗਾ, ਇਹ ਤੁਹਾਡਾ ਕੀ ਪ੍ਰੈਸ ਦਾ। ਹੁਣ ਦੂਸਰਾ ਕੀ ਤੁਸੀਂ ਦੇਖਿਆ ਹੋਏਗਾ, ਜਦੋਂ ਕੀ ਪ੍ਰੈਸ ਕਰਦੇ ਆ ਆਪਾਂ, ਕੀ ਪ੍ਰੈਸ ਕਰਨ ਤੋਂ ਬਾਅਦ ਕੀ ਵਾਪਸ ਆ ਜਾਂਦੀ ਹੈਗੀ ਆ। ਵਾਪਸ ਕਿਉਂ ਆਉਂਦੀ ਹੈ, ਕਿਉਂਕਿ ਜੇ ਤੁਸੀਂ ਲਗਾਤਾਰ ਪ੍ਰੈਸ ਕਰਕੇ ਰੱਖਦੇ ਆ ਤਾਂ ਉਹ ਡਿਟੈਕਟ ਕਰਦਾ ਹੈਗਾ ਸਿੰਗਲ ਟਾਈਮ ਪ੍ਰੈਸ ਉਹ ਲਗਾਤਾਰ ਆ ਰਿਹਾ ਹੁੰਦਾ। ਜਦੋਂ ਬਾਊਂਸ ਬੈਕ ਹੁੰਦੀ ਹੈਗੀ ਆ, ਬਾਊਂਸ ਬੈਕ ਦਾ ਮਤਲਬ ਵੀ ਤੁਸੀਂ ਸਿੰਗਲ ਪ੍ਰੈਸ ਕੀਤਾ ਹੈਗਾ ਤਾਂ ਸਿੰਗਲ ਕਰੈਕਟਰ ਟਾਈਪ ਕੀਤਾ ਹੈਗਾ। ਸੋ ਬੇਸਿਕਲੀ ਹੁੰਦਾ ਕੀ ਉਹਦੇ ਵਿੱਚ ਕੀ ਹੈ, ਜਾਂ ਤਾਂ ਸਪਰਿੰਗ ਵਗੈਰਾ ਹੁੰਦਾ, ਜਦੋਂ ਪ੍ਰੈਸ ਕਰਦੇ ਆ ਟੱਚ ਕਰ ਜਾਂਦਾ, ਕੰਪਲੀਟ ਹੋ ਜਾਂਦਾ ਸਰਕਟ। ਜਦੋਂ ਤੁਸੀਂ ਛੱਡ ਦਿੰਦੇ ਹੈਗੇ ਆ ਤਾਂ ਕੀ ਹੈ, ਆਪਣੇ ਆਪ ਕੀ ਹੈ, ਬਾਹਰ ਆ ਜਾਂਦੀ। ਹੁਣ ਜਿਸ ਤਰ੍ਹਾਂ ਕੀ ਆ, ਆ ਮੈਂ ਕੀ ਪ੍ਰੈਸ ਕਰ ਰਿਹਾ, ਆ ਕੀ ਪ੍ਰੈਸ ਕਰਨ ਤੋਂ ਬਾਅਦ ਆਪਣੇ ਆਪ ਕੀ ਆ, ਉੱਪਰ ਉੱਠ ਰਹੀ ਹੈ। ਉੱਪਰ ਉੱਠ ਰਹੀ ਕੀ ਬੇਸਿਕਲੀ ਇਹਦੇ 'ਚ ਕੀ ਹੈ, ਇਹ ਰਬਰ ਡੋਮ ਜਾਂ ਇਹਦੇ 'ਚ ਕੀ ਆ, ਸਪਰਿੰਗ ਵਗੈਰਾ ਹੁੰਦਾ ਜਿਹੜਾ ਕਿ ਇਹਨੂੰ ਵਾਪਸ ਇਨੀਸ਼ੀਅਲ ਪੋਜੀਸ਼ਨ ਤੇ ਲਿਆਉਂਦਾ, ਤਾਂ ਕਿ ਤੁਸੀਂ ਨੈਕਸਟ ਜਿਹੜੇ ਵੀ ਤੁਸੀਂ ਕਰੈਕਟਰ ਟਾਈਪ ਕਰਨਾ ਤੁਸੀਂ ਉਹ ਟਾਈਪ ਕਰ ਲਓ। ਸੋ ਇਹ ਜਿਹੜਾ ਹੈਗਾ, ਇਹ ਕੀਬੋਰਡ ਦੀ ਜਨਰਲ ਵਰਕਿੰਗ ਹੈਗੀ ਆ।